ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ। ਮੈਂ ਹਾਂ ਤਰਨਜੀਤ ਕੌਰ ਘੁੰਮਣ, ਹਾਜ਼ਰਾਂ ਜੀ ਲੈ ਕੇ ਖਬਰ ਟੋਰਾਂਟੋ ਸਟੂਡੀਓ ਤੋਂ। ਦੋਸਤੋ, ਕੈਨੇਡਾ ਵਿੱਚ ਹਰ ਚੀਜ਼ ਪ੍ਰਵਾਸੀਆਂ ਦੇ ਉੱਤੇ ਪਾ ਦਿੱਤੀ ਜਾਂਦੀ ਹੈ। ਜੁਰਮ ਵਧਿਆ ਤਾਂ ਪ੍ਰਵਾਸੀਆਂ ਦੇ ਕਰਕੇ, ਘਰਾਂ ਦੀ ਕਿੱਲਤ ਇਸ ਵਕਤ ਸਾਹਮਣੇ ਆ ਰਹੀ ਹੈ ਤਾਂ ਫਿਰ ਨਵੇਂ ਇਮੀਗ੍ਰੈਂਟਸ ਦੇ ਕਰਕੇ। ਅਜਿਹੇ ਦੇ ਵਿੱਚ ਸਰਕਾਰ ਦੀਆਂ ਨਲਾਇਕੀਆਂ ਦੀ ਗੱਲ ਕੋਈ ਵੀ ਨਹੀਂ ਕਰਦਾ। ਅੱਜ ਦੀ ਇਸ ਖਬਰ ਦੇ ਵਿੱਚ ਅਸੀਂ ਤੁਹਾਨੂੰ ਕੈਨੇਡਾ ਸਰਕਾਰ ਦੀਆਂ ਉਹਨਾਂ ਨਲਾਇਕੀਆਂ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਠੀਕਰਾ ਉਹ ਪ੍ਰਵਾਸੀਆਂ ਦੇ ਸਿਰ ਤੇ ਭੰਨ ਦਿੰਦੀ ਹੈ। ਬੀਤੇ ਸ਼ੁੱਕਰਵਾਰ ਨੂੰ ਕੈਨੇਡਾ ਦੀ ਆਬਾਦੀ 40 ਮਿਲੀਅਨ ਹੋ ਗਈ। ਇਸ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਾਊਸਿੰਗ ਕ੍ਰਾਈਸਿਸ ਦੀ, ਯਾਨੀ ਕਿ ਘਰਾਂ ਦੀ ਕਿੱਲਤ ਦੀ। ਇਹ ਕਿਹਾ ਜਾ ਰਿਹਾ ਹੈ ਕਿ ਅਗਲੇ 3 ਸਾਲਾਂ ਵਿੱਚ ਕੈਨੇਡਾ ਨੇ 1 ਮਿਲੀਅਨ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਲਿਆਉਣ ਦਾ ਟੀਚਾ ਮਿਥਿਆ ਹੈ। ਪਰ ਜੇਕਰ ਘਰਾਂ ਦੀ ਗੱਲ ਕੀਤੀ ਜਾਏ ਤਾਂ ਸਰਕਾਰ ਨੇ 1 ਮਿਲੀਅਨ ਘਰ ਅਗਲੇ 10 ਸਾਲਾਂ ਵਿੱਚ ਬਣਾਉਣ ਦਾ ਟੀਚਾ ਮਿਥਿਆ ਹੈ। ਯਾਨੀ ਕਿ ਸਿਰਫ 3 ਸਾਲਾਂ ਵਿੱਚ ਹੀ 1 ਮਿਲੀਅਨ ਪ੍ਰਵਾਸੀ ਆ ਜਾਣੇ ਨੇ, ਪਰ ਘਰ 1 ਮਿਲੀਅਨ ਬਣਨੇ ਨੇ ਅੱਗੇ ਜਾ ਕੇ 10 ਸਾਲਾਂ ਦੇ ਵਿੱਚ। ਸੋ ਇਹਨਾਂ 7 ਸਾਲਾਂ ਵਿੱਚ ਜਿੰਨੀ ਇਮੀਗ੍ਰੇਸ਼ਨ ਵਧੇਗੀ ਉਹ ਕਿੱਥੇ ਰਹੇਗੀ, ਕਿਵੇਂ ਰਹੇਗੀ, ਇਸ ਦੇ ਬਾਰੇ ਵਿੱਚ ਕੋਈ ਪਲਾਨ ਨਹੀਂ ਹੈ। ਨਵੇਂ ਲੋਕ ਆ ਰਹੇ ਨੇ ਤਾਂ ਇਸ ਮੁਲਕ ਵਿੱਚ ਨਿਵੇਸ਼ ਕਰ ਰਹੇ ਨੇ, ਟੈਕਸ ਭਰ ਰਹੇ ਨੇ ਤੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ। ਪਰ ਫੈਡਰਲ ਤੋਂ ਲੈ ਕੇ ਪ੍ਰੋਵਿੰਸ਼ੀਅਲ ਤੇ ਮਿਊਨਿਸਪਲ ਸਰਕਾਰ ਦੇ ਕੋਲ ਇਸ ਗੱਲ ਨੂੰ ਲੈ ਕੇ ਕੋਈ ਵੀ ਪਲਾਨ ਨਹੀਂ ਹੈ ਕਿ ਜਿਹੜੇ ਸ਼ਹਿਰਾਂ ਵਿੱਚ ਇਮੀਗ੍ਰੇਸ਼ਨ ਦਾ ਜ਼ਿਆਦਾ ਜ਼ੋਰ ਹੈ ਉੱਥੇ ਹਾਊਸਿੰਗ ਦੀ ਪ੍ਰੋਬਲਮ ਨਾਲ ਕਿਵੇਂ ਨਜਿੱਠਿਆ ਜਾਏ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਲਈ ਇਮੀਗ੍ਰੈਂਟਸ ਦਾ ਆਉਣਾ ਕਿੰਨਾ ਜ਼ਰੂਰੀ ਹੈ ਅਤੇ ਇਹ ਜਿੰਨਾ ਪੈਸਾ ਦੇਸ਼ ਵਿੱਚ ਲੈ ਕੇ ਆ ਰਹੇ ਨੇ ਇਸ ਦੇ ਬਾਵਜੂਦ ਇਹਨਾਂ ਨੂੰ ਕੀ ਮਿਲ ਰਿਹਾ ਹੈ। ਅਸਲ ਦੇ ਵਿੱਚ ਇੱਕ ਪ੍ਰਵਾਸੀ ਵਧੀਆ ਜ਼ਿੰਦਗੀ ਦੀ ਆਸ ਵਿੱਚ ਕੈਨੇਡਾ ਤਾਂ ਆਉਂਦਾ ਹੈ, ਪਰ ਉਸ ਨੂੰ ਪਤਾ ਨਹੀਂ ਹੁੰਦਾ ਕਿ ਇੱਥੇ ਉਸ ਨੂੰ ਕਿਹੜੇ ਹਾਲਾਤਾਂ ਨਾਲ ਦੋ ਚਾਰ ਹੋਣਾ ਪਏਗਾ। ਜੇਕਰ ਸਭ ਤੋਂ ਜ਼ਿਆਦਾ ਕੋਈ ਐਕਸਪਲੋਇਟ ਹੁੰਦਾ ਹੈ ਤਾਂ ਉਹ ਹੈ ਨਵਾਂ ਆਇਆ ਹੋਇਆ ਪ੍ਰਵਾਸੀ। ਤੇ ਇਹ ਗੱਲ ਇੱਥੇ ਰਹਿਣ ਵਾਲੇ ਸਮਝਦੇ ਨਹੀਂ ਜੋ ਖੁਦ ਕਦੇ ਪ੍ਰਵਾਸੀ ਸੀ ਤੇ ਇਨ੍ਹਾਂ ਰਾਹਾਂ ਚੋਂ ਲੰਘੇ ਨੇ। ਉਸ ਵੇਲੇ ਤੇ ਹੁਣ ਦੇ ਹਾਲਾਤਾਂ ਵਿੱਚ ਕਾਫੀ ਜ਼ਿਆਦਾ ਬਦਲਾਅ ਆ ਚੁੱਕਿਆ ਹੈ, ਪਰ ਇੱਕ ਘਰ ਲੱਭਣ ਲਈ ਜਿੰਨੇ ਅੜਿੱਕੇ ਨਵੇਂ ਵਿਅਕਤੀ ਨੂੰ ਆਉਂਦੇ ਨੇ ਉਹ ਕਿਸੇ ਹੋਰ ਨੂੰ ਨਹੀਂ। ਨਾ ਤਾਂ ਉਹਨਾਂ ਦੇ ਕੋਲ ਕੋਈ ਰੈਫਰੈਂਸ ਹੁੰਦੀ ਹੈ ਕਿ ਉਹ ਕੰਮ ਤੇ ਲੱਗ ਸਕਣ, ਨਾ ਉਹਨਾਂ ਦੇ ਕੋਲ ਕੋਈ ਕ੍ਰੈਡਿਟ ਹਿਸਟਰੀ ਬਣੀ ਹੁੰਦੀ ਹੈ ਤੇ ਨਾ ਹੀ ਉਹਨਾਂ ਨੂੰ ਆਪਣੇ ਅਧਿਕਾਰਾਂ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਹੁੰਦੀ ਹੈ, ਜਿਸ ਕਾਰਨ ਉਹਨਾਂ ਦਾ ਕਈ ਵਾਰ ਸ਼ੋਸ਼ਣ ਵੀ ਹੁੰਦਾ ਹੈ। ਖਾਸ ਤੌਰ ਤੇ ਨਵੇਂ ਆਇਆਂ ਨੂੰ ਉਹਨਾਂ ਦੇ ਧਰਮ ਜਾਂ ਉਹਨਾਂ ਦੇ ਪਰਿਵਾਰ ਦੇ ਸਾਈਜ਼ ਦੇ ਕਰਕੇ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਜੇਕਰ ਕੋਈ ਪਰਿਵਾਰ ਨਾਲ ਆਇਆ ਹੈ ਤਾਂ ਯੂਟਿਲਿਟੀਜ਼ ਜ਼ਿਆਦਾ ਬਾਰੇ ਸੋਚ ਕੇ ਕੋਈ ਛੇਤੀ ਉਹਨਾਂ ਨੂੰ ਘਰ ਕਿਰਾਏ ਤੇ ਦੇਣ ਬਾਰੇ ਨਹੀਂ ਸੋਚਦਾ। ਜੇਕਰ ਕਿਸੇ ਨਾਲ ਬਜ਼ੁਰਗ ਮਾਪੇ ਰਹਿੰਦੇ ਨੇ ਤਾਂ ਉਹਨਾਂ ਨੂੰ ਜਲਦੀ ਕੋਈ ਕਿਰਾਏ ਤੇ ਨਹੀਂ ਰੱਖਦਾ, ਜਾਂ ਫਿਰ ਜੇਕਰ ਕਿਸੇ ਦੀ ਨੌਕਰੀ ਚਲੀ ਗਈ ਜਾਂ ਫਿਰ ਉਹ ਸੋਸ਼ਲ ਅਸਿਸਟੈਂਸ ਤੇ ਫਿਲਹਾਲ ਨਿਰਭਰ ਹੈ ਤਾਂ ਵੀ ਕਿਰਾਏ ਤੇ ਘਰ, ਬੇਸਮੈਂਟ ਜਾਂ ਕਮਰਾ ਮਿਲਣ ਦੀ ਕੋਈ ਚਾਂਸ ਨਹੀਂ ਹੈ, ਜਿਸ ਕਾਰਨ ਨਵੇਂ ਆਇਆਂ ਨੂੰ ਸਭ ਤੋਂ ਵੱਡੀ ਸਮੱਸਿਆ ਸਿਰ ਤੇ ਛੱਤ ਲੱਭਣ ਦੀ ਹੁੰਦੀ ਹੈ। ਪਰ ਇਹਨਾਂ ਨੂੰ ਨਾ ਤਾਂ ਘਰ ਮਿਲ ਪਾ ਰਹੇ ਨੇ ਤੇ ਨਾ ਹੀ ਨੌਕਰੀਆਂ। ਆਟਵਾ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਪੈਂਡੈਮਿਕ ਤੋਂ ਬਾਅਦ ਰਿਕਵਰੀ ਕਰ ਪਾਇਆ ਹੈ ਤਾਂ ਇਸ ਵਿੱਚ ਸਭ ਤੋਂ ਵੱਡਾ ਹੱਥ ਨਵੇਂ ਆਉਣ ਵਾਲੇ ਪ੍ਰਵਾਸੀਆਂ ਦਾ ਹੈ। ਤੇ ਹੋਵੇ ਵੀ ਕਿਉਂ ਨਾ, ਜਿੰਨਾ ਲੇਬਰ ਵਰਕ ਹੈ ਇਸ ਵੇਲੇ ਉਹ ਨਵੇਂ ਆਏ ਪ੍ਰਵਾਸੀ ਹੀ ਤਾਂ ਕਰ ਰਹੇ ਨੇ। ਕੈਨੇਡਾ ਦੀ ਆਬਾਦੀ ਬਹੁਤੀ ਬਜ਼ੁਰਗ ਹੋ ਰਹੀ ਹੈ ਤੇ ਆਉਣ ਵਾਲੇ ਕੁਝ ਅਰਸੇ ਵਿੱਚ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਰਿਟਾਇਰਮੈਂਟਸ ਹੋਣ ਵਾਲੀਆਂ ਨੇ, ਜਿਸ ਕਰਕੇ ਇਹਨਾਂ ਰਿਟਾਇਰਮੈਂਟਸ ਨੂੰ ਹੈਂਡਲ ਕਰਨ, ਕੰਮ ਵਾਲੀਆਂ ਥਾਵਾਂ ਨੂੰ ਭਰਨ ਅਤੇ ਆਰਥਿਕ ਪੱਖੋਂ ਦੇਸ਼ ਨੂੰ ਚਲਾਉਣ ਲਈ ਵਰਕ ਫੋਰਸ ਦੀ ਲੋੜ ਹੈ। ਇੱਕ ਲਿਖਤੀ ਸਟੇਟਮੈਂਟ ਵਿੱਚ ਫੈਡਰਲ ਨੇ ਕਿਹਾ ਹੈ ਕਿ ਕੈਨੇਡਾ ਦੀ ਲੇਬਰ ਫੋਰਸ ਵਾਧੇ ਵਿੱਚ ਇਮੀਗ੍ਰੇਸ਼ਨ ਦਾ ਯੋਗਦਾਨ ਲਗਭਗ 100% ਹੈ ਅਤੇ 2032 ਤੱਕ ਦੇਸ਼ ਦੀ ਆਬਾਦੀ ਵਾਧੇ ਵਿੱਚ 100% ਹੋਣ ਦੀ ਵੀ ਉਮੀਦ ਹੈ। ਇਹ ਵੀ ਗੱਲ ਝੂਠੀ ਨਹੀਂ ਹੈ ਕਿ ਦੇਸ਼ ਵਿੱਚ ਬਹੁਤੇ ਪ੍ਰਵਾਸੀ ਦੁਨੀਆ ਦੇ ਇੱਕ ਹਿੱਸੇ ਵਿੱਚੋਂ ਹੀ ਜ਼ਿਆਦਾ ਆ ਰਹੇ ਨੇ ਅਤੇ ਇਹਨਾਂ ਦਾ ਝੁਕਾਅ ਕੈਨੇਡਾ ਦੇ 2 ਪ੍ਰਮੁੱਖ ਸ਼ਹਿਰਾਂ ਵਿੱਚ ਹੀ ਹੈ। ਸਰਕਾਰ ਅਜਿਹੀ ਕੋਈ ਵੀ ਨੀਤੀ ਨਹੀਂ ਬਣਾ ਰਹੀ ਕਿ ਕੈਨੇਡਾ ਦੇ 1 ਜਾਂ 2 ਸ਼ਹਿਰਾਂ ਤੱਕ ਹੀ ਪ੍ਰਵਾਸੀਆਂ ਦੀ ਆਮਦ ਸੀਮਿਤ ਨਾ ਰਹੇ ਤੇ ਜਿਹੜੇ ਸ਼ਹਿਰਾਂ ਵਿੱਚ ਡਿਵੈਲਪਮੈਂਟ ਦੀ ਲੋੜ ਹੈ ਇਹਨਾਂ ਦਾ ਝੁਕਾਅ ਉਸ ਪਾਸੇ ਵੱਲ ਕੀਤਾ ਜਾਏ। ਜਿਹੜੇ ਸ਼ਹਿਰ ਪਹਿਲਾਂ ਹੀ ਆਬਾਦੀ ਪੱਖੋਂ ਓਵਰ ਹੋ ਚੁੱਕੇ ਨੇ ਜਾਂ ਇਸ ਵੇਲੇ ਨਾ ਘਰ ਬਣਾਉਣ ਦੀ ਥਾਂ ਹੈ ਤੇ ਨਾ ਹੀ ਇਨਫਰਾਸਟ੍ਰਕਚਰ ਬਿਲਡ ਕਰਨ ਲਈ, ਤਾਂ ਸਰਕਾਰ ਅਜਿਹੀ ਕੋਈ ਨੀਤੀ ਕਿਉਂ ਨਹੀਂ ਲੈ ਕੇ ਆਉਂਦੀ ਕਿ ਇਹਨਾਂ ਸ਼ਹਿਰਾਂ ਤੇ ਪੈਣ ਵਾਲੇ ਪ੍ਰਵਾਸੀਆਂ ਦੇ ਬੋਝ ਨੂੰ ਘਟਾਇਆ ਜਾ ਸਕੇ। ਇਸ ਲਈ ਸਿਰਫ ਪ੍ਰਵਾਸੀਆਂ ਨੂੰ ਦੋਸ਼ ਦੇਣਾ ਕਿ ਇੱਕ ਹੀ ਸ਼ਹਿਰ ਵਿੱਚ ਆ ਰਹੇ ਨੇ, ਇਹ ਸਰਕਾਰ ਦੀ ਨਾਕਾਮਯਾਬੀ ਨੂੰ ਛੁਪਾਉਣ ਦਾ ਹੀ ਤਰੀਕਾ ਹੈ। ਜੇਕਰ ਦੇਸ਼ ਵਿੱਚ ਨਵੇਂ ਲੋਕ ਆ ਰਹੇ ਨੇ ਤਾਂ ਵੱਖ-ਵੱਖ ਸੈਕਟਰਸ ਵਿੱਚ ਫੰਡਿੰਗ ਦੀ ਵੀ ਲੋੜ ਹੈ। ਇੱਕ ਉਦਾਹਰਨ ਵਜੋਂ, ਜੇਕਰ ਬ੍ਰੈਂਪਟਨ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਆ ਰਹੇ ਨੇ ਤਾਂ ਬ੍ਰੈਂਪਟਨ ਵਿੱਚ ਘਰਾਂ ਤੇ ਹੋਰ ਇਨਫਰਾਸਟ੍ਰਕਚਰ ਲਈ ਫੰਡਿੰਗ ਵੱਲ ਧਿਆਨ ਦੇਣ ਦੀ ਲੋੜ ਹੈ, ਚਾਹੇ ਪ੍ਰੋਵਿੰਸ਼ੀਅਲ ਸਰਕਾਰ ਹੈ ਜਾਂ ਫਿਰ ਫੈਡਰਲ। ਇਹ ਵੀ ਧਿਆਨ ਦੇਣ ਦੀ ਲੋੜ ਹੈ ਕਿ ਕੈਨੇਡਾ ਦੇ ਜਿਹੜੇ ਸੂਬਿਆਂ ਵਿੱਚ ਕਿਰਤੀਆਂ ਦੀ ਕਮੀ ਹੈ ਜਾਂ ਜਿੱਥੇ ਆਬਾਦੀ ਵਧਾਉਣ ਦੀ ਲੋੜ ਹੈ ਉੱਥੇ ਪ੍ਰਵਾਸੀਆਂ ਨੂੰ ਮੌਕੇ ਦਿੱਤੇ ਜਾਣ ਤਾਂ ਜੋ ਉਹ ਉੱਥੇ ਆਪਣਾ ਵਸੇਬਾ ਕਰ ਸਕਣ ਅਤੇ ਕੈਨੇਡਾ ਦੇ ਉਹਨਾਂ ਸੂਬਿਆਂ ਦਾ ਵੀ ਵਿਕਾਸ ਹੋ ਸਕੇ ਤੇ ਨਾਲ ਹੀ ਇਹ ਕਿਸੇ 1 ਜਾਂ 2 ਸ਼ਹਿਰਾਂ ਤੱਕ ਇਸ ਦਾ ਬੋਝ ਨਾ ਪਵੇ। ਅਗਲੀ ਵਾਰ ਜਦੋਂ ਵੀ ਅਸੀਂ ਪ੍ਰਵਾਸੀਆਂ ਨੂੰ ਕੋਸੀਏ ਤਾਂ ਇਸ ਤੋਂ ਪਹਿਲਾਂ ਸਰਕਾਰ ਦੀਆਂ ਗਲਤ ਨੀਤੀਆਂ ਦੀ ਗੱਲ ਜ਼ਰੂਰ ਕਰੀਏ, ਜਿਸ ਨੇ ਪ੍ਰਵਾਸੀਆਂ ਨੂੰ ਲੇਬਰ ਸ਼ਾਰਟੇਜ ਪੂਰਾ ਕਰਨ ਅਤੇ ਦੇਸ਼ ਵਿੱਚ ਪੈਸੇ ਲੈ ਕੇ ਆਉਣ ਦੀ ਮਸ਼ੀਨ ਸਮਝ ਰੱਖਿਆ ਹੈ, ਜਦਕਿ ਪ੍ਰਵਾਸੀਆਂ ਨੂੰ ਇੱਥੇ ਆਉਣ ਤੋਂ ਬਾਅਦ ਸੁਪਨਿਆਂ ਦਾ ਇਹ ਮੁਲਕ ਕਿਸੇ ਕੌੜੇ ਸੁਪਨੇ ਵਰਗਾ ਪ੍ਰਤੀਤ ਹੁੰਦਾ ਹੈ, ਜਿਸ ਦੀ ਛਾਪ ਜ਼ਿੰਦਗੀ ਭਰ ਰਹਿੰਦੀ ਹੈ। ਬਿਊਰੋ ਰਿਪੋਰਟ, ਹਮਦਰਦ ਨਿਊਜ਼।